ਸਾਡੀ ਜਿਹੜੀ ਸੋਚ ਆ ਉਹ ਕਨਸਟੇਬਲ ਤੇ ਜਾ ਕੇ ਸੀਮਤ ਹੋ ਜਾਂਦੀ ਆ। ਉਹਦੇ ਲਈ ਵੀ ਸਾਡੀ ਇੱਥੇ ਐਕਸ ਸਰਵਿਸਮੈਨ ਜਿਹੜੀ ਸੁਸਾਇਟੀ ਬਣੀ ਆ, ਮੈਂ ਉਹਦਾ ਚੇਅਰਮੈਨ ਆ ਲੋਕਲ। ਅਸੀਂ ਇਹ ਬੱਚਿਆਂ ਨੂੰ ਗਾਈਡ ਕਰਦੇ ਆ, ਉਹਨਾਂ ਦਾ ਅਸੀਂ ਕੋਚਿੰਗ ਕੈਂਪ ਲਗਾਉਂਦੇ ਆ, ਜਿੱਥੇ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਜੇ ਦੌੜ ਲਾਣੀ ਆ ਕਰਨਾ ਤਾਂ ਕਿੰਨਾ ਟਾਈਮਿੰਗ ਆ, ਉਸ ਲੈਵਲ ਤੇ ਲਿਆ ਕੇ ਉਹਨਾਂ ਨੂੰ ਅਸੀਂ ਗਾਈਡ ਕਰਕੇ ਉਹ ਭੇਜਦੇ ਆ। ਬਹੁਤ ਕਾਫੀ ਪਿੰਡਾਂ 'ਚ ਸਾਨੂੰ ਰਿਜ਼ਲਟ ਮਿਲੇ ਆ ਕਿ ਲੜਕੇ ਸਾਡੇ ਭਰਤੀ ਹੋਏ ਆ, ਲੜਕੇ ਅਫਸਰ ਬਣ ਸਕਦੇ ਆ। ਪਰ ਕਮੀ ਇਸ ਗੱਲ ਦੀ ਆ, ਉਹਨਾਂ ਨੂੰ ਕੋਈ ਗਾਈਡਲਾਈਨ ਨਹੀਂ ਮਿਲਦੀ, ਮੋਟੀਵੇਸ਼ਨ ਨਹੀਂ। ਤੇ ਮੈਂ ਸਮਝਦਾ ਦੂਸਰਾ, ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ, ਕੁਝ ਸਾਡੇ ਲੀਡਰ ਐਂਬੀਸ਼ੀਅਸ ਜ਼ਿਆਦਾ ਹੋ ਜਾਂਦੇ ਆ। ਉਹ ਕਹਿੰਦੇ ਅਸੀਂ ਸਵੇਰੇ ਹੀ ਸੀਐਮ ਨੂੰ ਉਠਾ ਕੇ ਅਸੀਂ ਬਣ ਜਾਈਏ। ਨਵਜੋਤ ਸਿੰਘ ਦੀ ਗੱਲ ਕਰ ਰਹੇ ਹੋ, ਕਹਿ ਸਕਦੇ ਹੋ ਤੁਸੀਂ। ਵੋਟਾਂ ਦੀ ਰਾਜਨੀਤੀ ਤੇ ਸਾਰੀ ਕਰਨੀ ਚਾਹੁੰਦੇ ਆ, ਕੋਈ ਮਸਲਿਆਂ ਦੀ ਰਾਜਨੀਤੀ ਕਰਨੀ ਨਹੀਂ ਚਾਹੁੰਦਾ। ਸਾਡੇ ਪਿਛਲੇ ਕਿਸੇ ਵੀ ਐਮਐਲਏ ਨੇ ਇੱਕ ਵਾਰ ਜਾ ਕੇ ਆਵਾਜ਼ ਨਹੀਂ ਉਠਾਈ ਕਿ ਗੜਸ਼ੰਕਰ 'ਚ ਬਾਈਪਾਸ ਦੀ ਜ਼ਰੂਰਤ ਹੈ, ਚਾਹੇ ਉਹ ਲਵ ਕੁਮਾਰ ਗੋਲਡੀ ਹੈ, ਚਾਹੇ ਉਹ ਬੀਐਸਪੀ ਦਾ ਰਿਹਾ, ਚਾਹੇ ਉਹ ਪੁਲਾਰ ਰਾਠਾ। ਜੇ ਕੋਈ ਸੀਰੀਅਸਲੀ ਹੋਏ ਕਿੱਡਾ ਕੰਮ ਹੈ ਬਾਈਪਾਸ ਨਿਕਲਣਾ। ਖੇਲ ਹੈ, ਗੁੰਝਲਦਾਰ ਗੇਮ ਹੈ ਇੱਕ ਰਾਜਨੀਤੀ, ਕਿਹਾ ਜਾਂਦਾ ਡਰਟੀ ਪੋਲਿਟਿਕਸ, ਡਰਟੀ ਗੇਮ ਹੈ ਪੋਲਿਟਿਕਸ। ਤਾਂ ਉਹਦੇ ਨਾਲ ਉਹ ਸ਼ਾਇਰੀ ਨਹੀਂ ਵਧੀਆ ਲੱਗਦੀ ਕਿ ਸਾਰਾ ਜਿਹੜਾ ਕੁਝ ਸਮੇਲ ਜਿਹੜਾ ਤੁਸੀਂ ਕਹਿੰਦੇ ਹੋ ਚੱਲਦਾ ਹੀ ਰਹੇ। ਚੱਲ ਜਾਂਦਾ। ਜੇ ਡਰਟੀ ਪੋਲਿਟਿਕਸ ਕਰਾਂਗੇ ਤੇ ਉਹਦੇ 'ਚ ਫਸ ਜਾਾਂਗੇ, ਜੇ ਅੱਛੀ ਪੋਲਿਟਿਕਸ ਕਰਾਂਗੇ ਤੇ ਲਿਖਣ ਲਈ ਵੀ ਬੇਲ ਮਿਲੇਗਾ, ਹੋਰ ਕੰਮਾਂ ਲਈ ਵੀ ਮਿਲੇਗਾ। ਮੈਂ ਸਮਝਦਾ ਕਿ ਹਰ ਸ਼ੌਕ ਬਰਕਰਾਰ ਰਹਿਣੇ ਚਾਹੀਦੇ। R19 ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਹਾਂ ਮਨਪ੍ਰੀਤ ਸਿੰਘ। ਅਕਸਰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਰੂਬਰੂ ਕਰਦੇ ਹਾਂ, ਜਿਨ੍ਹਾਂ ਨੇ ਕਿਸੇ ਖਾਸ ਖਿੱਤੇ ਦੇ ਵਿੱਚ ਮਹਾਰਤ ਹਾਸਲ ਕੀਤੀ ਹੁੰਦੀ ਹੈ। ਪਰ ਅੱਜ ਅਸੀਂ ਜਿਸ ਸ਼ਖਸ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ, ਉਹਨਾਂ ਨੇ ਪਹਿਲਾਂ ਆਰਮੀ ਦੇ ਵਿੱਚ ਆਪਣੀਆਂ ਸਰਵਿਸਿਜ਼ ਦਿੱਤੀਆਂ, ਉਸ ਤੋਂ ਬਾਅਦ ਸਰਗਰਮ ਰਹੇ ਰਾਜਨੀਤੀ ਦੇ ਵਿੱਚ, ਤੇ ਹੁਣ ਵੀ ਮੌਜੂਦਾ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇ। ਔਰ ਇਸ ਦੇ ਨਾਲ ਹੀ ਸਾਹਿਤ ਦੇ ਨਾਲ ਵੀ ਜੁੜੇ ਹੋਏ ਨੇ, ਲਿਟਰੇਚਰ ਦੇ ਨਾਲ ਉਹਨਾਂ ਦਾ ਵਾਸਤਾ ਹੈ, ਗਜ਼ਲ, ਕਵਿਤਾਵਾਂ ਉਹ ਲਿਖਦੇ ਨੇ। ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ। ਸਵਾਗਤ ਹੈ ਸਰ। ਹਾਂਜੀ, ਥੈਂਕ ਯੂ। ਤਾਂ RS ਪਠਾਨੀਆ ਸਾਹਿਬ ਸਾਡੇ ਨਾਲ ਅੱਜ ਰਹਿਣਗੇ। ਸਰ, ਤੁਸੀਂ ਆਰਮੀ ਦੇ ਵਿੱਚ ਰਹੇ ਹੋ, ਉੱਥੋਂ ਸ਼ੁਰੂਆਤ ਆਪਾਂ ਕਰਾਂਗੇ। ਬਹੁਤ ਸਾਰੇ ਨੌਜਵਾਨ ਬਹੁਤ ਇੱਛੁਕ ਨੇ ਪਿੰਡਾਂ ਦੇ ਵਿੱਚ, ਖਾਸ ਤੌਰ ਤੇ ਜਿਹੜੇ ਬੈਠੇ ਨੇ, ਉਹ ਕਿਸੇ ਨਾ ਕਿਸੇ ਕਾਰਨ ਤਾਂ ਬਹੁਤ ਲੋਕ ਜਾ ਵੀ ਰਹੇ ਨੇ, ਪਰ ਕੁਝ ਨੌਜਵਾਨ ਜਿਹੜੇ ਰਹਿ ਜਾਂਦੇ ਨੇ, ਜਿਹੜਾ ਉਹਨਾਂ ਦਾ ਰਸਤਾ ਹੈ GD ਦਾ ਜਾਂ ਐਜ਼ ਏ ਕਾਂਸਟੇਬਲ ਜਦੋਂ ਸਰਵਿਸਿਜ਼ ਦੇਣ ਦੇ ਲਈ ਜਾਂਦੇ ਨੇ, ਉਹ ਨਿਰਾਸ਼ ਹੋ ਜਾਂਦੇ ਨੇ। ਫਿਰ ਕਿਤੇ ਨਾ ਕਿਤੇ ਬਹੁਤ ਗਰੀਬ ਘਰਾਂ ਦੇ ਜਿਹੜੇ ਖਾਸ ਤੌਰ ਤੇ ਨੌਜਵਾਨ ਨੇ, ਉਹਨਾਂ ਲਈ ਕੀ ਕੋਈ ਹੋਰ ਰਸਤਾ ਹੈ ਆਰਮੀ ਦੇ ਵਿੱਚ ਜਾਂ ਫੌਜ ਦੇ ਵਿੱਚ ਸੇਵਾਵਾਂ ਦੇਣ ਦੇ ਲਈ? ਕਿਸੇ ਹੋਰ ਰਸਤੇ ਦੇ ਥਰੂ ਆ ਸਕਦੇ ਨੇ, ਜਿਵੇਂ ਵੱਖ-ਵੱਖ ਹੋਰ ਟੈਸਟ ਨੇ, ਤਾਂ ਉਹਦੇ ਲਈ ਕਿੰਨਾ ਕੁ ਉਹਨਾਂ ਨੂੰ ਹਾਰਡ ਵਰਕ ਕਰਨਾ ਚਾਹੀਦਾ? ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਤੁਸੀਂ ਜ਼ਰੂਰ ਦੱਸਿਓ। ਮਨਪ੍ਰੀਤ ਜੀ, ਜਿਹੜਾ ਤੁਸੀਂ ਇਹ ਗੱਲ ਕੀਤੀ ਆ, ਸਾਡੀ ਜਿਹੜੀ ਸੋਚ ਆ ਉਹ ਕਨਸਟੇਬਲ ਤੇ ਜਾ ਕੇ ਸੀਮਤ ਹੋ ਜਾਂਦੀ ਆ। ਉਹਦੇ ਲਈ ਵੀ ਸਾਡੀ ਇੱਥੇ ਐਕਸ ਸਰਵਿਸਮੈਨ ਜਿਹੜੀ ਸੁਸਾਇਟੀ ਬਣੀ ਆ, ਮੈਂ ਉਹਦਾ ਚੇਅਰਮੈਨ ਆ ਲੋਕਲ। ਅਸੀਂ ਇਹ ਬੱਚਿਆਂ ਨੂੰ ਗਾਈਡ ਕਰਦੇ ਆ, ਉਹਨਾਂ ਦਾ ਅਸੀਂ ਕੋਚਿੰਗ ਕੈਂਪ ਲਗਾਉਂਦੇ ਆ, ਜਿੱਥੇ ਅਸੀਂ ਉਹਨਾਂ ਨੂੰ ਦੱਸਦੇ ਆ ਵੀ ਜੇ ਦੌੜ ਲਾਣੀ ਆ ਕਰਨਾ ਤਾਂ ਕਿੰਨਾ ਟਾਈਮਿੰਗ ਆ, ਉਸ ਲੈਵਲ ਤੇ ਲਿਆ ਕੇ ਉਹਨਾਂ ਨੂੰ ਅਸੀਂ ਗਾਈਡ ਕਰਕੇ ਉਹ ਭੇਜਦੇ ਆ। ਬਹੁਤ ਕਾਫੀ ਪਿੰਡਾਂ 'ਚ ਸਾਨੂੰ ਰਿਜ਼ਲਟ ਮਿਲੇ ਆ ਕਿ ਲੜਕੇ ਸਾਡੇ ਭਰਤੀ ਹੋਏ ਆ। ਤੇ ਇੱਕ ਆਮ ਫੀਲਿੰਗ ਕੀ ਹੁੰਦੀ ਹੈ ਜੀ, ਉਹਨੂੰ ਪੈਸੇ ਦੇ ਦਾਂਗੇ ਕਰਾਂਗੇ, ਬਿਲਕੁਲ ਗਲਤ ਹੈ। ਫੌਜ ਦੇ ਵਿੱਚ 1% ਵੀ ਹੇਰਾਫੇਰੀ ਜਾਂ ਰਿਸ਼ਵਤ ਨਹੀਂ ਹੈ। ਇਹ ਦਲਾਲ ਹੈ ਜਿਹੜੇ ਝੂਠੇ ਆ, ਉਹ ਸਿਰਫ ਪੈਸੇ ਲੈ ਲੈਂਦੇ ਆ, ਜੇ ਹੋ ਗਿਆ ਤਾਂ ਰੱਖ ਲਿਆ, ਨਹੀਂ ਤਾਂ ਨਹੀਂ ਰੱਖ ਲਿਆ, ਆਰਮੀ ਨੂੰ ਬਦਨਾਮ ਕਰਦੇ ਆ। ਸੋ ਇਹ ਤਾਂ ਹੋ ਗਈ ਸਾਡੀ ਜਿਹੜੀ ਅਸੀਂ ਡਾਇਰੈਕਟ ਭਰਤੀਆਂ ਹੁੰਦੀਆਂ ਰਹਿੰਦੀਆਂ। ਪਰ ਉਸ ਤੋਂ ਇਲਾਵਾ ਮੈਂ ਸਮਝਦਾ ਵੀ ਸਾਡੇ ਪਿੰਡਾਂ 'ਚ, ਸਾਡੇ ਇਲਾਕੇ 'ਚ ਬਹੁਤ ਵੱਡਾ ਪੋਟੈਂਸ਼ੀਅਲ ਹੈ, ਸਾਡੇ ਲੜਕੇ ਅਫਸਰ ਬਣ ਸਕਦੇ ਆ। ਪਰ ਕਮੀ ਇਸ ਗੱਲ ਦੀ ਆ, ਉਹਨਾਂ ਨੂੰ ਕੋਈ ਗਾਈਡਲਾਈਨ ਨਹੀਂ ਮਿਲਦੀ, ਮੋਟੀਵੇਸ਼ਨ ਨਹੀਂ ਹੁੰਦੀ। ਤੇ ਜਿਸ ਤਰ੍ਹਾਂ 12ਵੀਂ ਤੋਂ ਬਾਅਦ ਅਸੀਂ ਐਗਜ਼ਾਮ ਦੇ ਕੇ NDA ਨੈਸ਼ਨਲ ਡਿਫੈਂਸ ਅਕੈਡਮੀ ਜਾ ਸਕਦੇ ਹਾਂ, 3 ਸਾਲ ਉੱਥੇ ਟ੍ਰੇਨਿੰਗ ਹੁੰਦੀ ਆ। ਉਹ ਨੈਸ਼ਨਲ ਡਿਫੈਂਸ ਅਕੈਡਮੀ 'ਚੋਂ ਫਿਰ 3rd ਈਅਰ 'ਚ ਜਿਹੜੇ ਇਨਫੈਂਟਰੀ 'ਚ ਆਉਂਦੇ, ਉਹ IMA ਦੇਹਰਾਦੂਨ ਆ ਜਾਂਦੇ ਆ, ਕਮਿਸ਼ਨ ਉੱਥੋਂ ਲੈਂਦੇ ਆ। ਨੇਵੀ ਵਾਲੇ ਆਪਣੀ ਅਕੈਡਮੀ ਚਲੇ ਜਾਂਦੇ ਆ, 에ਅਰਫੋਰਸ ਵਾਲੇ ਆਪਣੇ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਸ਼ਾਰਟ ਸਰਵਿਸ ਹੈ। ਸ਼ਾਰਟ ਸਰਵਿਸ ਦਾ ਐਗਜ਼ਾਮ ਜਿਹੜਾ ਹੁੰਦਾ, ਉਹਦੇ 'ਚ ਸਬਜੈਕਟ ਇੱਕ ਮੈਥ ਨਹੀਂ ਹੁੰਦਾ। ਉਹ ਸ਼ਾਰਟ ਸਰਵਿਸ ਹੈ, ਉਹ 5 ਸਾਲ 10 ਸਾਲ ਤੇ ਹੁਣ 14 ਸਾਲ ਤੱਕ ਹੈ। ਸੋ ਮੈਂ ਤਾਂ ਕਈ ਵਾਰ ਕੋਸ਼ਿਸ਼ ਕੀਤੀ ਹੈ ਕਿ ਪਿੰਡਾਂ ਜਾ ਕੇ ਸਕੂਲਾਂ 'ਚ ਅਸੀਂ ਬੱਚਿਆਂ ਨੂੰ ਮੋਟੀਵੇਟ ਕਰੀਏ ਤੇ ਜ਼ੋਰ ਦਈਏ ਕਿ ਕਾਲਜ ਵੀ ਮੇਰੀ ਹੁਣ ਉਸ ਦਿਨ ਗੱਲ ਹੋਈ, ਮੈਂ ਇਸ ਖਾਲਸਾ ਕਾਲਜ ਪੜ੍ਹਿਆ, ਮੇਰਾ ਨਾਂ ਉਹਨਾਂ ਨੇ ਪ੍ਰਾਈਡ ਆਫ ਦਾ ਕਾਲਜ ਲਿਖਿਆ। ਮੈਂ ਸ਼ਾਇਦ ਉਸ ਕਾਲਜ 'ਚੋਂ ਪਹਿਲਾ ਵਿਦਿਆਰਥੀ ਸੀ ਜਿਹਨੇ ਕਮਿਸ਼ਨ ਲਿਆ। ਤੇ ਮੈਂ ਤਾਂ ਚਾਹੂੰਗਾ ਕਿ ਸਾਡੇ ਇਲਾਕੇ ਦੇ ਵੱਧ ਤੋਂ ਵੱਧ ਅਫਸਰ ਬਣ ਤੇ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ। ਤੇ ਇਹ ਮੈਂ ਹੁਣ ਉਠਾਇਆ ਬੀੜਾ ਇਹਦਾ ਕਿ ਸਕੂਲਾਂ 'ਚ ਜਾ ਕੇ, ਕਾਲਜ 'ਚ ਜਾ ਕੇ ਅਸੀਂ ਮੋਟੀਵੇਸ਼ਨ, ਮੈਂ ਤੇ ਬ੍ਰਿਗੇਡੀਅਰ ਰਾਜ ਕੁਮਾਰ
ਉਹ ਇੱਥੇ ਹਾਜੀਪੁਰ ਦੇ ਹੈਗੇ। ਅਸੀਂ ਦੋਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ, ਕਿਉਂਕਿ ਅਵੇਅਰਨੈਸ ਨਹੀਂ ਹੈ। ਕਾਂਸਟੇਬਲ ਤੋਂ ਬਾਅਦ ਮੈਂ ਦੇਖਿਆ ਆਪਣੇ ਅੱਖਾਂ ਦੇ ਨਾਲ ਕਿ ਨੌਜਵਾਨ ਨਿਰਾਸ਼ ਹੋ ਜਾਂਦੇ ਨੇ, ਉਹ ਕੋਈ ਹੋਰ ਕੰਮਾਂ ਦੇ ਵੱਲ ਮੂਵ ਕਰਦੇ ਨੇ, ਇਹ ਹੌਸਲਾ ਹਾਰ ਜਾਂਦੇ ਨੇ। ਪਰ ਕੀ ਉਮਰ ਸੀਮਾ ਕੀ ਹੈ? ਐਨਡੀਏ ਦੇ ਵਿੱਚ ਜਾਣਾ ਚਾਹੁੰਦੇ ਆ ਜਾਂ ਸ਼ਾਰਟ ਸਰਵਿਸ ਹੈ ਜਾਂ ਫਿਰ ਸੀਡੀਐਸ ਤੱਕ ਉਮਰ ਹੱਦ ਕੀ ਹੈ ਇਹਦੇ ਵਿੱਚ? ਉਮਰ ਦਾ ਦੇਖੋ, ਜਿਹੜੇ ਐਨਡੀਏ ਜਾਂਦੇ ਆ, ਅਸੀਂ 12ਵੀਂ ਕਹਿੰਦੇ, ਮੈਨੂੰ ਐਗਜ਼ੈਕਟਲੀ ਇਸ ਵੇਲੇ ਆਫ ਹੈਂਡ ਨਹੀਂ ਯਾਦ ਹੋਏਗਾ, ਪਰ ਉਹ 12ਵੀਂ ਦੇ ਜਿਹੜੇ ਬੱਚੇ ਪੜ੍ਹਦੇ ਉਹੀ 20 ਸਾਲ ਤੱਕ ਹੈਗਾ, 18-19 ਸਾਲ ਤੇ ਜਾਂਦੇ ਆ। ਤੇ ਜਿਹੜੇ ਕਮਿਸ਼ਨ ਸ਼ਾਰਟ ਸਰਵਿਸ ਜਾਂਦੇ ਆ ਉਹ 24-25 ਤੱਕ ਹੈਗੇ ਆ। ਉਹ ਤਾਂ ਜਦੋਂ ਅਪਲਾਈ ਕਰੋ ਸਾਰੀਆਂ ਉਹਨਾਂ ਨੂੰ ਉਮਰ ਦੀਆਂ ਹਦਾਇਤਾਂ ਵਗੈਰਾ ਮਿਲ ਜਾਂਦੀਆਂ। ਪਰ ਗੱਲ ਇਹ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਨਹੀਂ ਹੈ। ਦੇਖੋ, ਕੁਝ ਲੜਕਿਆਂ ਦਾ, ਬੱਚਿਆਂ ਦਾ ਕੈਲੀਬਰ ਹੈ, ਉਹਨਾਂ ਨੇ ਸਪਾਈ ਜੁਆਇਨ ਕਰਨਾ, ਕੋਈ ਐਜੂਕੇਸ਼ਨ 'ਚ ਡਾਇਰੈਕਟ ਹਵਲਦਾਰ ਜੁਆਇਨ ਕਰ ਸਕਦੇ ਆ, ਐਜੂਕੇਸ਼ਨ ਕੋਰਸ 'ਚ ਜੇਸੀਓ ਜਾ ਸਕਦੇ ਆ। ਸੋ ਇਹ ਲੈਵਲਸ ਹੈਗੇ, ਤੇ ਜੇ ਅਸੀਂ ਸਾਰੇ ਅਫਸਰ ਬਣ ਗਏ ਤਾਂ ਸਿਪਾਹੀ ਕੌਣ ਬਣੇਗਾ? ਸੋ ਇਹ ਇਸ ਤਰ੍ਹਾਂ ਚੱਲਦਾ। ਬਟ ਮੈਂ ਮਹਿਸੂਸ ਕਰਦਾ ਕਿ ਸਾਡੇ ਬੱਚਿਆਂ ਨੂੰ ਭਰਤੀ ਹੋਣ ਤੋਂ ਇਲਾਵਾ ਇਹ ਨਹੀਂ ਪਤਾ ਕਿ ਅਫਸਰ ਬਣਨ ਲਈ ਕੀ ਕਰਨਾ। ਕੋਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਹੁੰਦੀ। ਫੌਜ ਦਾ ਬੜਾ ਉਹਦੇ 'ਚ ਲੀਡਰਸ਼ਿਪ ਦੇਖਦੇ ਆ, ਫਿਜ਼ੀਕਲ ਫਿਟਨੈਸ ਦੇਖਦੇ ਆ, ਤੇ ਕੋਈ ਔਖਾ ਨਹੀਂ ਹੈ। ਖਾਸ ਤੌਰ ਤੇ ਜਦੋਂ ਭਰਤੀ ਦੀ ਤੁਸੀਂ ਗੱਲ ਕਰਦੇ ਹੋ, ਤਿਆਰੀ ਕਰਵਾਉਣੇ ਹੋ, ਜਿਹੜੀਆਂ ਇਹ ਸਕਿੱਲਸ ਨੇ, ਸਪੋਰਟਸ ਦੇ ਨਾਲ ਵੀ ਇੱਕ ਜਿਹੜਾ ਨੌਜਵਾਨ ਤਿਆਰੀ ਕਰ ਰਿਹਾ ਉਹ ਸਪੋਰਟਸ ਦੇ ਨਾਲ ਵੀ ਆਟੋਮੈਟਿਕਲੀ ਜੁੜ ਜਾਂਦਾ ਹੈ, ਕਿਉਂਕਿ ਫਿਜ਼ੀਕਲ ਫਿਟਨੈਸ ਦਾ ਜਿਹੜਾ ਉਹ ਖਾਸ ਧਿਆਨ ਰੱਖਦੇ ਹੋ ਤੁਹਾਡੇ? ਫੌਜ ਪਹਿਲਾਂ ਜਿਹੜੇ ਫਿਜ਼ੀਕਲ ਫਿਟਨੈਸ ਹੈ, ਬੱਚੇ ਉਸ ਉਮਰ 'ਚ ਫਿਜ਼ੀਕਲ ਫਿਟ ਹੀ ਹੁੰਦੇ ਆ, ਪਰ ਫੌਜ 'ਚ ਜਾ ਕੇ ਤਾਂ ਫਿਜ਼ੀਕਲ ਫਿਟਨੈਸ ਇਜ਼ ਅ ਪਾਰਟ ਆਫ ਇਟ। ਸਵੇਰੇ ਰੈਗੂਲਰ ਪੀਟੀ ਹੁੰਦੀ ਹੈ, ਸ਼ਾਮ ਨੂੰ ਗੇਮਸ ਦਾ ਪੀਰੀਅਡ ਹੁੰਦਾ। ਦੈਟ ਇਜ਼ ਅਨਫ ਟੂ ਕੀਪ ਅ ਪਰਸਨ ਫਿਟ। ਸਵੇਰੇ ਸ਼ਾਮ ਜਿਹੜੀ ਪੀਟੀ ਗੇਮਸ, ਉਹਦਾ ਮਕਸਦ ਹੀ ਹੁੰਦਾ ਕਿ ਫਿਜ਼ੀਕਲੀ ਫਿਟ ਰਹਿਣ ਸਾਰੇ। ਹੋਰ ਵੀ ਬਹੁਤ ਸਾਰੇ ਰਿਟਾਇਰ ਆਫੀਸਰ ਨੇ ਜਾਂ ਜਵਾਨ ਨੇ ਜਿਹੜੇ ਘਰਾਂ ਦੇ ਵਿੱਚ ਨੇ ਇਸ ਵਕਤ, ਜਾਂ ਕਿਸੇ ਹੋਰ ਅਹੁਦਿਆਂ ਤੇ ਜੌਬ ਨੌਕਰੀ ਲੱਗ ਜਾਂਦੇ ਨੇ, ਕਿਉਂਕਿ ਐਕਸ ਸਰਵਿਸਮੈਨ ਨੂੰ ਆਪਸ਼ਨ ਦਿੰਦੀ ਹੈ ਸਰਕਾਰ। ਤਾਂ ਉਹ ਕਿਸ ਤਰ੍ਹਾਂ ਕੰਮ ਕਰ ਸਕਦੇ ਆ ਆਪਦੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਇੱਧਰ ਮੂਵ ਕਰਨ ਦੇ ਲਈ, ਔਰ ਜਿਹੜੀਆਂ ਸਕਿੱਲਸ ਨੇ ਹੋਰ ਡਿਵੈਲਪ ਕਰਨ, ਜਿਹੜੀਆਂ ਖਾਸ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਆਫੀਸਰ ਰੈਂਕ ਦੇ ਲਈ ਤੁਸੀਂ ਪ੍ਰੇਰਿਤ ਕਰ ਰਹੇ ਹੋ ਨੌਜਵਾਨਾਂ ਨੂੰ ਜਾ ਕੇ, ਉਹ ਵੀ ਕੀ ਕੰਮ ਕਰ ਸਕਦੇ ਆਪਣੇ ਖਿੱਤੇ ਦੇ ਵਿੱਚ? ਕਿਉਂਕਿ ਤੁਹਾਡੀ ਇੱਕ ਲਿਮਿਟ ਆ, ਤੁਸੀਂ ਇੱਕ ਦਾਇਰੇ ਦੇ ਵਿੱਚ ਜਾ ਸਕਦੇ ਹੋ, ਤੁਹਾਡੇ ਕੋਲ ਟਾਈਮ ਤੁਹਾਡਾ ਉਨਾ ਹੈ ਨਾ, ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਜਾਣਾ ਮੁਸ਼ਕਿਲ ਆ, ਤਾਂ ਉੱਥੇ ਉਹ ਕਿਹੜੀ ਭੂਮਿਕਾ ਨਿਭਾ ਸਕਦੇ? ਇਹ ਇੱਕ GOG, ਗਵਰਨੈਂਸ ਆਫ ਗਵਰਨਮੈਂਟ, ਇੱਕ ਬਾਡੀ ਬਣਾਈ ਸੀ ਕੈਪਟਨ ਸਾਹਿਬ ਨੇ, ਜਿਹਦੇ 'ਚ ਉਹ ਸਾਰਾ ਦੇਖਦੇ ਸੀ ਕਿ ਜਿਹੜੀਆਂ ਗਵਰਨਮੈਂਟ ਦੀਆਂ ਨੀਤੀਆਂ ਉਹ ਠੀਕ ਹੋ ਰਹੀਆਂ। ਉਹਨਾਂ 'ਚ ਫੌਜੀ ਅਫਸਰ ਲੈਵਲ, ਡਿਸਟ੍ਰਿਕਟ ਲੈਵਲ, ਤਹਿਸੀਲ ਲੈਵਲ ਤੇ ਅਫਸਰ ਸੀਗੇ, ਬਾਕੀ GSU ਦੇ ਜਵਾਨ ਉਹਨਾਂ ਬਣਾਏ ਆ। ਤੇ ਉਹਦਾ ਇਹ ਉਹਨਾਂ ਦੀ ਇਹ ਡਿਊਟੀ ਦਾ ਹਿੱਸਾ ਨਹੀਂ ਸੀ। ਪਰ ਮੈਂ ਸਮਝਦਾ ਕਿ ਜੇ GOG ਗਾਂ ਵੀ ਆਏ ਜਾਂ ਇੱਦਾਂ ਦੀ ਆਰਗੇਨਾਈਜੇਸ਼ਨ ਕੋਈ ਵੀ ਸਰਕਾਰ ਆਏ, ਜ਼ਰੂਰ ਬਣਾਉਣ ਜਿਹੜੇ ਫੌਜ ਲਈ ਜਾ ਕੇ ਮੋਟੀਵੇਸ਼ਨ ਕਰਨ ਪਿੰਡਾਂ 'ਚ। ਇਹ GOG ਨੂੰ ਵੀ ਇਹ ਇੱਕ ਉਹਨਾਂ ਦਾ ਰਿਸਪੌਂਸਿਬਿਲਟੀ ਦਿੱਤੀ ਜਾ ਸਕਦੀ। ਇਹਦੇ ਨਾਲ ਹੀ ਤੁਹਾਡੇ ਸਿਆਸੀ ਸਫ਼ਰ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਆਰਮੀ ਤੋਂ ਰਿਟਾਇਰ ਹੋਣ ਤੋਂ ਬਾਅਦ ਕਿਉਂ ਸੋਚਿਆ, ਕੀ ਲੋੜ ਸੀ ਕਿ ਤੁਸੀਂ ਸਿਆਸਤ ਨੂੰ ਅਪਣਾਇਆ, ਸਿਆਸਤ ਕਰਨੀ ਚਾਹੀਦੀ ਹੈ? ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਵੀ ਲੋੜ ਕੀ ਸੀ। ਲੋੜ ਨਹੀਂ ਸੀ, ਇਹ ਵੀ ਇੱਕ ਕੋਇਨਸੀਡੈਂਸ ਹੈ। ਜਿੱਥੇ ਕਿਸੇ ਨੇ ਜਾਣਾ ਹੁੰਦਾ, ਲਾਈਕ ਦੇ ਸੇ, ਇਟ ਵਾਜ਼ ਨੈਵਰ ਮਾਈ ਕੱਪ ਆਫ ਟੀ। ਕਦੀ ਰਾਜਨੀਤੀ ਬਾਰੇ ਨਹੀਂ ਸੀ ਸੋਚਿਆ। ਮੇਰੇ ਗ੍ਰੈਂਡਫਾਦਰ ਦੀ ਫੋਟੋ ਲੱਗੀ ਹੈ, ਉਹਨਾਂ ਨੇ ਫਸਟ ਵਰਲਡ ਵਾਰ ਲੜਿਆ। ਪਿਤਾ ਜੀ ਮੇਰੇ ਪੁਲਿਸ ਸੀਗੇ। ਕੋਈ ਸਾਡਾ ਰਾਜਨੀਤੀ ਨਾਲ ਦੂਰ ਤੱਕ ਸੰਬੰਧ ਨਹੀਂ ਰਿਹਾ। ਇਨਫੈਕਟ ਸਰਦਾਰ ਬੇਅੰਤ ਸਿੰਘ ਜੀ ਤੇ ਮੇਰੇ ਪਿਤਾ ਜੀ ਅੱਛੇ ਦੋਸਤ ਸੀਗੇ। ਉਕਾੜੇ ਇਕੱਠੇ ਸੀਗੇ, ਘਰ ਨਾਲ ਸੀ, ਜ਼ਮੀਨਾਂ ਸਾਡੀਆਂ ਇਕੱਠੀਆਂ ਸੀ। ਤੇ ਮੇਰੇ ਪਿਤਾ ਜੀ ਦੀ ਤਾਂ 1982 'ਚ ਡੈਥ ਹੋ ਗਈ। ਜਦੋਂ ਇਹ 1992 'ਚ CM ਬਣੇ, ਮੈਂ ਇਹਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਉਹਨਾਂ ਨੂੰ DO ਲਿਖਿਆ ਵੀ ਮੈਂ ਤੁਹਾਨੂੰ ਉਹਨਾਂ ਦਾ ਬੇਟਾ, ਤੁਹਾਡੇ ਦੋਸਤ ਦਾ ਮਿਲਣਾ ਚਾਹੁੰਦਾ। ਉਹਨਾਂ ਨੇ ਮੇਰੀ ਬੜੀ ਹੌਸਲਾ ਅਫਜ਼ਾਈ ਕੀਤੀ, ਬੜੇ ਪਿਆਰ ਨਾਲ ਮਿਲੇ। ਫਿਰ ਪਿਤਾ ਜੀ ਦੀ ਬਰਸੀ ਤੇ ਉਹਨਾਂ ਨੂੰ ਇੱਥੇ ਮਿਲਾਇਆ। ਉਹ ਤੋਂ ਬਾਅਦ ਉਸ ਵੇਲੇ ਇੱਥੇ ਗੈਪ ਸੀਗਾ, ਕੋਈ ਕੈਂਡੀਡੇਟ ਸੀਗਾ ਨਹੀਂ, ਤੇ ਉਹਨਾਂ ਦੀ ਗਾਈਡਲਾਈਨ 'ਚ ਹੀ ਮੈਂ ਰਾਜਨੀਤੀ 'ਚ ਐਕਟਿਵ ਹੋਇਆ। ਉਹਨਾਂ ਨੇ ਕਿਹਾ ਵੀ ਤੈਨੂੰ ਟਿਕਟ ਦਾਂਗੇ। ਮੈਂ ਉਦੋਂ ਫਿਰ ਆਪਣੇ ਉਹਨਾਂ ਦੇ ਆਸ਼ੀਰਵਾਦ ਨਾਲ ਬੜਾ ਕੰਮ ਕੀਤਾ। ਅਸੀਂ ਇੱਥੇ BSP ਰਹੀ 10 ਸਾਲ, ਤੇ ਅਸੀਂ ਆਪਣੀ ਇੱਥੇ ਚੇਅਰਮੈਨ ਬਲਾਕ ਸਮਿਤੀ ਦਾ ਬਣਾਇਆ, ਆਪਣੀ ਇੱਥੇ ਕਮੇਟੀ ਬਣਾਈ, ਆਪਣਾ ਪ੍ਰੈਜ਼ੀਡੈਂਟ ਬਣਾਇਆ। ਤੇ ਅਨਫੋਰਚੂਨੇਟਲੀ ਜਦੋਂ ਟਿਕਟ ਦਾ ਮੌਕਾ ਆਇਆ ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕਰਦਾ ਰਿਹਾ। ਕੈਪਟਨ ਸਾਹਿਬ ਨਾਲ ਬੜੇ ਮੇਰੇ ਸੁਖਾਵੇਂ ਸੰਬੰਧ ਹੈ ਤੇ ਲੱਗੇ ਰਹੇ। ਜਿਸ ਤਰ੍ਹਾਂ ਕਹਿੰਦੇ ਨੇ, ਨਹੀਂ ਛੂਟਤੀ ਕਾਫਰ ਮੂੰਹ ਸੇ ਲੱਗੀ ਹੋਈ। ਤੇ ਜਦੋਂ ਇੱਕ ਸ਼ੌਕ ਪੈਦਾ ਹੋ ਜਾਏ ਤੇ ਫਿਰ ਬੰਦਾ ਕੋਸ਼ਿਸ਼ ਕਰਦਾ ਰਹਿੰਦਾ ਕਿ ਇਸ ਪੌੜੀ ਚੜਾਂਗੇ, ਇਸ ਚੜਾਂਗੇ। ਅੱਜ ਦੇ ਦੌਰ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਅੱਜ ਦੇ ਵਿੱਚ
ਦੌਰ ਦੇ ਵਿੱਚ ਜਿਹੜਾ ਦਿੱਲੀ ਬੁਲਾਇਆ ਜਾ ਰਿਹਾ, ਉੱਥੇ ਤਲਬ ਕੀਤਾ ਜਾ ਰਿਹਾ, ਚਾਹੇ ਕੈਪਟਨ ਅਮਰਿੰਦਰ ਸਿੰਘ ਨੇ, ਚਾਹੇ ਜਿਹੜੀ ਕੈਬਨਿਟ ਹੈ ਸਾਰੀ, ਉਸ ਨੂੰ ਲੱਗਦਾ ਹੈ ਕਾਂਗਰਸ ਪਾਰਟੀ ਦਾ ਸਖਾਵਾਂ ਵਕਤ ਹੈ ਇਹ, ਜਿਹੜਾ ਇਹ ਹੁਣ ਉੱਪਰੋਂ 22 ਦੇ ਇਲੈਕਸ਼ਨਸ ਨੇ? ਦੇਖੋ, ਅਸੀਂ ਇੱਕ ਘਰ 'ਚ ਦੇਖੀਏ ਤੇ ਦੋ ਭਰਾਵਾਂ ਦੀ ਵੀ ਨਹੀਂ ਬਣਦੀ, ਆਪਣੀ ਆਪਣੀ ਡਿਫਰੈਂਸ ਆਫ ਓਪੀਨੀਅਨ ਹੋ ਜਾਂਦੀ ਹੈ। ਕੁਝ ਲੋਕ ਬਾਹਰੋਂ ਆ ਜਾਂਦੇ ਆ, ਮੈਂ ਨਵਜੋਤ ਸਿੰਘ ਸਿੱਧੂ ਨੂੰ ਬਾਹਰੋਂ ਆਇਆ ਹੀ ਕਹਾਂਗਾ, ਬੀਜੇਪੀ ਤੋਂ ਆਇਆ, ਡਿਫਰੈਂਟ ਕਲਚਰ ਤੋਂ ਆਏ, ਤੇ ਕਈ ਲੋਕੀ ਸਾਡੇ ਲੀਡਰਸ ਐਂਬੀਸ਼ੀਅਸ ਹੋ ਜਾਂਦੇ ਆ। ਨਵਜੋਤ ਸਿੰਘ ਸਿੱਧੂ ਕਹਿ ਦਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਵੀ ਤਾਂ ਅਕਾਲੀ ਦਲ 'ਚ ਸੀਗੇ। ਜੇ ਅਸੀਂ ਪਿਛੋਕੜ ਝਾਤ ਮਾਰੀਏ, ਸ਼ਾਇਦ ਤੁਸੀਂ ਹੈਰਾਨ ਹੋਗੇ, ਬੇਅੰਤ ਸਿੰਘ ਜੀ ਪਹਿਲੀ ਇਲੈਕਸ਼ਨ ਅਕਾਲੀਆਂ ਤੋਂ ਲੜੇ, ਬਾਦਲ ਸਾਹਿਬ ਪਹਿਲੀ ਇਲੈਕਸ਼ਨ ਕਾਂਗਰਸ ਤੋਂ ਲੜੇ। ਸੋ ਉਦੋਂ ਕੋਈ ਸਾਡੇ ਕੋਲ ਬਹੁਤੀਆਂ ਸੁਭਾਵਨਾ ਨਹੀਂ ਸੀ ਹੁੰਦੀਆਂ, ਚੋਇਸ ਨਹੀਂ ਹੁੰਦੀ, ਦੋ ਹੀ ਪਾਰਟੀਆਂ ਹੁੰਦੀਆਂ ਸੀ, ਜਿੱਥੇ ਜੇ ਕਿਸੇ ਦਾ ਦਾ ਲੱਗਦਾ ਉਹ ਕਰਦਾ। ਤੇ ਮੈਂ ਸਮਝਦਾ, ਦੂਸਰਾ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀ, ਕੁਝ ਸਾਡੇ ਲੀਡਰ ਐਂਬੀਸ਼ੀਅਸ ਜ਼ਿਆਦਾ ਹੋ ਜਾਂਦੇ ਆ, ਉਹ ਕਹਿੰਦੇ ਅਸੀਂ ਸਵੇਰੇ ਹੀ ਸੀਐਮ ਨੂੰ ਹਟਾ ਕੇ ਅਸੀਂ ਬਣ ਜਾਈਏ। ਨਵਜੋਤ ਸਿੱਧੂ ਦੀ ਗੱਲ ਕਰ ਰਹੇ ਹੋ? ਕਹਿ ਸਕਦੇ ਹੋ ਤੁਸੀਂ। ਹੁੰਦਾ ਕੀ ਹੈ ਕਿ ਇਹ ਇੱਕ ਸਿਸਟਮ ਹੈ, ਤੁਸੀਂ ਪਾਰਟੀ ਚਾਹੁੰਦੇ ਹੋ, ਸੇਵਾਵਾਂ ਕਰਦੇ ਹੋ, ਤੇ ਹਾਈ ਕਮਾਂਡ ਉਹ ਜਿੰਨੀ ਤੁਸੀਂ ਸੇਵਾ ਕੀਤੀ ਹੈ ਜਾਂ ਤੁਹਾਡੀ ਕੈਪੇਬਿਲਿਟੀ ਦੇ ਮੁਤਾਬਕ ਹਮੇਸ਼ਾ ਤੁਹਾਨੂੰ ਸਨਮਾਨਿਤ ਕਰਦੀ ਹੈ। ਤੇ ਮੈਂ ਗਿਆ ਅਕਾਲੀਆਂ 'ਚ, ਮੈਨੂੰ ਸੁਖਵੀਰ ਜੀ ਲੈ ਗਏ, ਉਹਨੇ ਕਹਿੰਦੇ ਮੇਰੇ ਕੋਲ ਕੋਈ ਰਾਜਪੂਤ ਲੀਡਰ ਦੀ ਪਾਰਟੀ ਲੋੜ ਹੈ। ਮੈਂ ਉਹਨਾਂ ਨੂੰ ਹੱਸਿਆ, ਮੈਂ ਕਿਹਾ ਜੀ ਮੈਂ ਕੋਈ ਰਾਜਪੂਤ ਲੀਡਰ ਨਹੀਂ ਹੈ। ਕਹਿੰਦੇ ਨਹੀਂ, ਮੈਂ ਚੈੱਕ ਕੀਤਾ। ਮੈਂ ਕਿਹਾ ਜੀ ਚੈੱਕ ਕਰਨ ਦੀ ਗੱਲ ਨਹੀਂ, ਸਾਡੇ ਰਾਜਪੂਤ ਮੰਨਦੇ ਨਹੀਂ ਕਿਸੇ ਨੂੰ ਲੀਡਰ। ਸੋ ਮੈਂ ਗਿਆ, ਉਹਨਾਂ ਨੇ ਮੈਨੂੰ ਬੜਾ ਮਾਣ ਬਖਸ਼ਿਆ, ਸਪੈਸ਼ਲ ਮੇਰੇ ਲਈ ਇੱਕ ਬੋਰਡ ਬਣਾਇਆ, ਰਾਜਪੂਤ ਵੈਲਫੇਅਰ ਬੋਰਡ ਚੇਅਰਮੈਨ ਬਣਾਇਆ। ਤੁਸੀਂ ਜਾਣਦੇ ਹੋ ਸਟੇਟ ਲੈਵਲ ਚੇਅਰਮੈਨ ਇੱਕ ਮਿਨਿਸਟਰ ਵਾਂਗੂ ਸਾਰੇ ਸਾਨੂੰ ਸੁਵਿਧਾ ਦਿੱਤੀਆਂ ਜਾਂਦੀਆਂ, ਪਰ ਉਹ ਇਹ ਸਿਰਫ ਓਵਰ ਐਂਬੀਸ਼ੀਅਸਨੈਸ ਦੀ ਪ੍ਰੋਬਲਮ ਹੈ। ਇੱਕ ਸਰ ਇਹ ਵਕਤ ਸੀਗਾ, ਇੱਕ ਅੱਜ ਦਾ ਵਕਤ ਹੈ। ਅੱਜ ਦੇ ਵਕਤ ਦੇ ਵਿੱਚ ਵੀ ਇੱਕ ਖਾਸ ਖਿੱਤੇ ਨੂੰ ਰੱਖ ਕੇ ਪੋਲਿਟਿਕਸ ਕੀਤੀ ਜਾਂਦੀ ਹੈ, ਜਾਂ ਤਾਂ ਸਿੱਖ ਚਿਹਰਾ ਅੱਗੇ ਲਿਆਓ, ਜਾਂ ਹਿੰਦੂ ਚਿਹਰੇ ਦੀ ਪੋਲਿਟਿਕਸ ਹੁੰਦੀ ਹੈ, ਜਾਂ ਫਿਰ ਦਲਿਤ ਵੋਟ ਬੈਂਕ ਦੀ ਹੁੰਦੀ ਹੈ। ਰਾਜਪੂਤ ਵੋਟ ਬੈਂਕ ਵੀ ਹੈਗਾ ਪੰਜਾਬ ਦੇ ਵਿੱਚ। ਕੀ ਲੱਗਦਾ ਤੁਹਾਨੂੰ ਉਹਦੇ ਲਈ ਹੁਣ ਵੀ ਕੀਤੀ ਜਾ ਸਕਦੀ ਹੈ ਅਪਰੋਚ ਉਸ ਵੋਟ ਬੈਂਕ ਦੇ ਲਈ, ਵੀ ਜਿਹੜਾ ਤੁਹਾਨੂੰ ਫਿਰ ਕਿਸੇ ਪਾਰਟੀ ਦੇ ਵੱਲੋਂ ਟਿਕਟ ਹੋ ਸਕਦਾ ਇੱਥੋਂ ਐਲਾਨ ਤੁਹਾਡੇ ਇਸ ਖਿੱਤੇ ਦੇ ਵਿੱਚੋਂ? ਨਹੀਂ, ਐਲਾਨ ਤਾਂ ਹਾਈ ਕਮਾਂਡ ਨੇ ਦੇਖਣਾ। ਮੈਂ ਚਾਹਵਾਨ ਹੈਗਾ, ਮੈਂ ਉਮੀਦਵਾਰ ਹਾਂ ਇਸ ਵਾਰ। ਪਰ ਜਿੱਥੇ ਤੱਕ ਵੋਟ ਬੈਂਕ ਦੀ ਅਸੀਂ ਗੱਲ ਕਰੀਏ, ਸਾਡਾ ਰਾਜਪੂਤ ਵੋਟ ਬੈਂਕ ਸੰਗਠਿਤ ਨਹੀਂ ਰਿਹਾ। ਜਦੋਂ ਅਸੀਂ ਹਿੰਦੂ ਦੀ ਗੱਲ ਕਰਦੇ ਹਾਂ, ਦਲਿਤ ਦੀ ਗੱਲ ਕਰਦੇ ਹਾਂ, ਸਿੱਖ ਵੋਟ ਦੀ ਕਰਦੇ ਹਾਂ, ਤੁਸੀਂ ਜ਼ਿਕਰੇ ਨਾਲ ਮੈਨੂੰ ਲੱਗਦਾ ਤੁਸੀਂ ਗੱਲ ਕਹਿ ਰਹੇ ਹੋ ਦਲਿਤ ਵੋਟ, ਦਲਿਤ ਵੀ ਜਿਹੜੀ ਬਸਪਾ ਕਹਿੰਦੀ ਹੈ ਕਿ ਅਸੀਂ ਦਲਿਤਾਂ ਦੇ ਰਾਜਨੀਤੀ ਕਰਦੇ ਹਾਂ, ਉਹ ਵੀ ਕਦੀ ਇਹ ਨਹੀਂ ਸੁਣਿਆ ਹੋਣਾ ਵੀ ਰਾਜਪੂਤ ਬਰਾਦਰੀ ਨੂੰ ਵੀ ਅਸੀਂ ਰਿਪਰੈਜ਼ੈਂਟੇਸ਼ਨ ਦਈਏ, ਜਦੋਂ ਕਿ ਜੇ ਅਸੀਂ ਸਿੱਖ ਰਾਜਪੂਤ ਨੂੰ ਵੀ ਇਨਕਲੂਡ ਕਰੀਏ, ਅਸੀਂ 10 ਲੱਖ ਤੋਂ ਜ਼ਿਆਦਾ ਪੰਜਾਬ 'ਚ ਹੈਗੇ। ਸੋ ਸਾਨੂੰ ਹਮੇਸ਼ਾ ਨੈਗਲੈਕਟ ਕੀਤਾ ਗਿਆ। ਨੈਗਲੈਕਟ ਕਰਨ ਦਾ ਕਾਰਨ ਇਹੀ ਹੈ, ਮੈਂ ਸਮਝਦਾ, ਆਈ ਡੋਂਟ ਬਲੇਮ ਦ ਪਾਰਟੀਜ਼, ਆਈ ਫੀਲ ਕਿ ਅਸੀਂ ਆਪਸ 'ਚ ਅਸੀਂ ਸੰਗਠਿਤ ਨਹੀਂ ਹੈਗੇ। ਜੇ ਅਸੀਂ ਸੰਗਠਿਤ ਰਹੀਏ ਤੇ ਨੈਚੁਰਲੀ ਆਵਾਜ਼ ਸਾਡੀ ਵੀ ਸੁਣੀ ਜਾਏਗੀ। ਜਦੋਂ ਅਸੀਂ ਹਿੰਦੂ ਵੋਟ ਕਹਿੰਦੇ ਆ, ਅਨੇ ਇਹ ਵੋਟ ਕਲਚਰ ਜਿਹੜਾ ਹੈਗਾ, ਇਹ ਇੱਕ ਮਜਬੂਰੀ ਬਣ ਗਈ ਸਿਆਸੀ ਪਾਰਟੀਆਂ ਦੀ। ਉਹ ਤੋਂ ਕਿਸੇ ਨੇ ਟਿਕਟ ਲੈਣੀ ਹੁੰਦੀ ਤਾਂ ਉਹ ਕਹਿ ਦਿੰਦਾ ਕਿ ਮੈਂ ਰਾਜਪੂਤਾਂ ਦੀ ਅਗਵਾਈ ਕਰਦਾ, ਮੈਂ ਰਾਜਪੂਤਾਂ ਦਾ ਲੀਡਰ ਹਾਂ, ਤੇ ਰਾਜਪੂਤ ਇਕੱਠੇ ਨੇ। ਤੁਸੀਂ ਬੜਾ ਕੌੜਾ ਸੱਚ ਬੋਲ ਰਹੇ ਹੋ ਕਿ ਰਾਜਪੂਤ ਸੰਗਠਿਤ ਹੀ ਨਹੀਂ। ਮੈਂ ਬਾਦਲ ਸਾਹਿਬ ਨੂੰ ਕਿਹਾ ਸੀ ਇੱਕ ਬੜੀ ਵੱਡੀ ਰੈਲੀ 'ਚ ਕਿ ਬਲਾਚੌਰ ਤੋਂ ਗੁੱਜਰ ਨੂੰ ਵੋਟ ਦਿੱਤੀ ਜਾਂਦੀ ਹੈ, ਮਲੇਰਕੋਟਲੇ ਤੋਂ ਮੁਸਲਮਾਨ ਨੂੰ ਦਿੱਤੀ ਜਾਂਦੀ ਹੈ। ਜਿੱਥੇ ਅਸੀਂ ਬਹੁ ਗਿਣਤੀ 'ਚ ਹੈ ਬਾਦਲ ਸਾਹਿਬ, ਉੱਥੇ ਰਾਜਪੂਤ ਨੂੰ ਵੋਟ ਦੇ ਕੇ ਸ਼ੁਰੂਆਤ ਕਰੋ। ਤੇ ਉਹ ਬਾਅਦ 'ਚ ਮੈਨੂੰ ਕਹਿਣ ਲੱਗੇ ਜੀ ਉਹ ਕਿਹੜੀ ਜਗ੍ਹਾ? ਮੈਂ ਕਿਹਾ ਜੀ ਮਕੇਰੀਆਂ 60,000 ਸਾਡੀ ਵੋਟ ਹੈਗੀ। ਕਹਿੰਦੇ ਜੀ ਉਹ ਤਾਂ ਬੀਜੇਪੀ ਕੋਲ ਹੈ। ਤੇ ਮੈਂ ਕਿਹਾ ਜੀ ਫਿਰ ਦਸੂਆ ਵੀ ਬੀਜੇਪੀ ਹੈ, ਹੁਸ਼ਿਆਰਪੁਰ ਵੀ ਬੀਜੇਪੀ ਹੈ, ਪਠਾਨਕੋਟ ਵੀ ਬੀਜੇਪੀ ਹੈ, ਫਿਰ ਆਪਾਂ ਰਾਜਪੂਤ ਨੂੰ ਤਰਨਤਾਰਨ ਤੋਂ ਲੜਾ ਦਿੰਦੇ ਹਾਂ। ਤੇ ਉਹ ਮੈਨੂੰ ਕਹਿਣ ਲੱਗੇ ਜੀ ਗੜਸ਼ੰਕਰ ਸਾਡੇ ਕੋਲ ਹੈ। ਤੇ ਮੈਂ ਉਹ ਚਾਹੁੰਦਾ ਤਾਂ ਉਹਨੂੰ ਇਨਕੈਸ਼ ਕਰਦਾ ਕਿ ਫਿਰ ਗੜਸ਼ੰਕਰ ਦੇ ਦਿਓ ਜੀ, ਇੱਥੇ 15,000 ਸਾਡੀ ਵੋਟ ਹੈਗੀ ਹੈ। ਬਟ ਮੈਂ ਕਿਹਾ ਜੀ ਮੈਂ ਰਾਜਪੂਤਾਨੇ ਦੀ ਗੱਲ ਕਰ ਰਿਹਾ, ਰਾਜਪੂਤ ਕਮਿਊਨਿਟੀ ਦੀ ਕਰ ਰਿਹਾ, ਆਪਣੀ ਨਹੀਂ ਕਰ ਰਿਹਾ। ਤਾਂ ਮੈਂ ਸਮਝਦਾ ਜੇ ਅਸੀਂ ਨਿਸ਼ਕਾਮ ਹੋ ਕੇ ਰਾਜਨੀਤੀ ਕਰਦੇ ਹਾਂ ਤੇ ਉਹ ਅਸਲ ਮੈਨੇ 'ਚ ਸੇਵਾ ਹੈ। ਨਵੀਂ ਮੰਗ ਹੋ ਜਾਣੀ ਹੈ ਜਿਹੜੀ ਇਹ ਰਾਜਪੂਤ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਕਿ ਉਹ ਵੀ ਹੋਣੀ ਚਾਹੀਦੀ ਹੈ ਜਿਹੜੀ ਇਲੈਕਸ਼ਨਸ ਨੇ ਉਹਦੇ ਵਿੱਚ। ਉਸ ਤੋਂ ਬਾਅਦ ਜਿਹੜੀ ਵਿਧਾਨ ਸਭਾ ਪੰਜਾਬ ਦੀ, ਉਹਦੇ ਵਿੱਚ ਇਹ ਨਵੀਂ ਮੰਗ ਹੋ ਜਾਣੀ ਹੈ ਤੁਹਾਡੇ ਵੱਲੋਂ, ਲੱਗਦਾ ਪਹਿਲੀ ਵਾਰ ਉੱਠ ਰਹੀ ਹੈ? ਹਾਂ, ਨਹੀਂ ਹੋਣੀ ਚਾਹੀਦੀ ਹੈ। ਰਾਜਪੂਤ ਕਮਿਊਨਿਟੀ ਨੂੰ ਹਮੇਸ਼ਾ ਦੇਖਿਆ ਜਾਏ। ਤੇ ਸਾਡਾ ਇੱਕ ਅੱਗੇ ਐਮਐਲਏ ਹੁੰਦਾ ਸੀ ਨਰੇਸ਼ ਠਾਕਰ, ਉਹ ਪਿੱਛੇ ਰਹਿ ਗਏ, ਤੇ ਹੁਣ KP ਰਾਣਾ ਜੀ ਹੈ, ਬੀਜੇਪੀ ਦਾ ਉਹਨਾਂ ਦਾ ਦਿਨੇਸ਼ ਬੱਬੂ ਹੈ। ਤੇ ਐਡੇ ਵੱਡੇ ਪੰਜਾਬ 'ਚ ਜਿੱਥੇ ਸਾਡੀ ਇੰਨੀ ਜਨਸੰਖਿਆ ਹੋਵੇ, ਬਹੁਮਤ 'ਚ ਅਸੀਂ ਹੋਈਏ, ਤੇ ਇੱਕ ਰਿਪਰੈਜ਼ੈਂਟੇਟਿਵ ਤਾਂ ਕੋਈ ਸਾਡੀ ਅਚੀਵਮੈਂਟ ਨਹੀਂ ਹੈਗੀ। ਜੀ, ਤਾਂ ਹੁਣ ਅੱਗੇ ਦੀ ਗੱਲ ਹੈ ਜੀ,
ਤੁਹਾਡੇ ਵੀ ਇੱਥੇ ਬਹੁਤ ਸਾਰੇ ਅਜਿਹੇ ਮਸਲੇ ਨੇ, ਤੁਸੀਂ ਕਾਂਗਰਸ ਨਾਲ ਸੰਬੰਧਿਤ ਰੱਖਦੇ ਹੋ, ਕੀ ਤੁਸੀਂ ਉਹਨਾਂ ਮਸਲਿਆਂ ਦੇ ਬਾਰੇ ਕਦੇ ਗੱਲਬਾਤ ਹੋਈ ਹੈ? ਐਮਐਲਏ ਤੁਹਾਡੇ ਆਮ ਆਦਮੀ ਪਾਰਟੀ ਦੇ ਨੇ ਇੱਥੋਂ, ਇੱਕ ਨਹਿਰ ਹੈ ਤੁਹਾਡੇ, ਉਸ ਤੇ ਅੱਜ ਅਸੀਂ ਗਏ ਤਾਂ ਸਟੋਰੀ ਕਰ ਰਹੇ ਸੀ, ਤਾਂ ਉਹਦੇ ਵਿੱਚ ਪਾਣੀ ਨਹੀਂ ਕਦੇ ਆਇਆ। ਅਕਾਲੀ ਦਲ ਦੀ ਵੀ ਸਰਕਾਰ ਰਹਿ ਗਈ ਆ 40 ਸਾਲਾਂ ਦੇ ਵਿੱਚ, ਤੇ ਕਾਂਗਰਸ ਦੀ ਵੀ ਰਹਿ ਗਈ ਆ। ਉਹਦੇ ਬਾਰੇ ਤੁਹਾਡੀ ਕਦੇ ਗੱਲਬਾਤ ਹੋਈ ਹੈ ਕਿ ਇਸ ਖਿੱਤੇ ਨੂੰ ਵੀ ਪਾਣੀ ਮਿਲੇ, ਨਹਿਰ ਦਾ, ਇੱਥੋਂ ਦੀਆਂ ਜਿਹੜੀਆਂ ਫਸਲਾਂ ਨੇ ਜਾਂ ਜੰਗਲੀ ਜੀਵ ਵੀ ਨੇ ਤੁਹਾਡੇ ਕਾਫੀ, ਤਾਂ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਆਸਰਾ ਹੋਵੇ ਉਹਦਾ? ਕੁਝ ਇੱਕ ਐਸੀਆਂ ਸਮੱਸਿਆ ਹੁੰਦੀਆਂ ਜਿਨ੍ਹਾਂ ਦਾ ਹੱਲ ਸਿਸਟਮੈਟਿਕਲੀ ਸਮੇਂ ਨਾਲ ਹੁੰਦਾ। ਅਸੀਂ ਹੈਲਦੀ ਰਾਜਨੀਤੀ ਨਹੀਂ ਕਰਦੇ। ਜਿਸ ਵੇਲੇ ਅਕਾਲੀ ਦਲ ਦਾ ਰਾਜ ਸੀ ਜਾਂ ਉਹਨਾਂ ਦਾ ਐਮਐਲਏ ਸੀਗਾ, ਉਦੋਂ ਵੀ ਇਹ ਪ੍ਰੋਬਲਮ ਸੀਗੀ। ਉਹਨਾਂ ਨੇ ਇਹਦੇ ਲਈ ਇੱਕ ਸਟੈਪ ਵੀ ਨਹੀਂ ਚੁੱਕਿਆ। ਇਹ ਜਿਹੜਾ ਸਾਡਾ ਬਾਈਪਾਸ ਲੈ ਲਈਏ, ਬਹੁਤ ਵੱਡੀ ਲੋੜ ਹੈ ਗੜਸ਼ੰਕਰ ਦੀ। ਬਾਈਪਾਸ ਬਿਆਨ ਸਿੰਘ ਜੀ ਵੇਲੇ ਉਹ ਲੱਗੀਆਂ ਸੀ ਬੁਰਜੀਆਂ, ਸਾਰਾ ਸਰਵੇ ਹੋ ਗਿਆ ਸੀ। ਉਹ ਨਹੀਂ ਜੀ ਨਹਿਰ ਵੱਲੋਂ ਕੱਢਣਾ, ਉਧਰੋਂ ਕੱਢਣਾ। ਸਾਡੇ ਪਿਛਲੇ ਕਿਸੇ ਵੀ ਐਮਐਲਏ ਨੇ ਇੱਕ ਵਾਰ ਜਾ ਕੇ ਆਵਾਜ਼ ਨਹੀਂ ਉਠਾਈ ਕਿ ਗੜਸ਼ੰਕਰ 'ਚ ਬਾਈਪਾਸ ਦੀ ਜ਼ਰੂਰਤ ਹੈ, ਚਾਹੇ ਉਹ ਲਵ ਕੁਮਾਰ ਗੋਲਡੀ ਹੈ, ਚਾਹੇ ਉਹ ਬੀਐਸਪੀ ਦਾ ਰਿਹਾ, ਚਾਹੇ ਉਹ ਪੁਲਾਲ ਰਾਠਾ। ਜੇ ਕੋਈ ਸੀਰੀਅਸਲੀ ਹੋਏ, ਕਿੱਡਾ ਕੰਮ ਹੈ ਬਾਈਪਾਸ ਨਿਕਲਣਾ। ਬਲਾਚੌਰ ਦਾ ਨਿਕਲ ਗਿਆ, ਉਹ ਫਗਵਾੜੇ ਦਾ ਨਿਕਲ ਗਿਆ, ਸਾਡੇ ਸਾਹਮਣੇ ਹੈ। ਤੇ ਐਸੇ ਤਰ੍ਹਾਂ ਨਹਿਰ ਦਾ ਹੈਗਾ, ਨਹਿਰ ਕੰਢੀ ਨਹਿਰ ਇੰਨੇ ਹੋ ਕੇ, ਔਰ ਕਹਿੰਦੇ ਜੀ ਕਾਂਗਰਸ ਨਹੀਂ ਕਰ ਰਹੀ। ਮੈਂ ਕਹਿੰਦਾ ਜਿਸ ਵੇਲੇ ਅਕਾਲੀ ਪਾਰਟੀ ਸੀ ਉਦੋਂ ਕੀ ਕਰ ਲਿਆ, ਉਦੋਂ ਕਿੰਨਾ ਕੁ ਪਾਣੀ ਆ ਗਿਆ। ਦੋਨਾਂ ਨੇ ਨਹੀਂ ਕੀਤਾ, ਕੋਈ ਕਰਦਾ ਨਹੀਂ। ਮਸਲੇ ਹੋਰ ਬੜੇ ਆ। ਇਹ ਲੋਕਲ ਲੀਡਰਾਂ ਨੂੰ ਹੀ ਆਪਣੀ ਸਿਰ ਧੜ ਦੀ ਬਾਜੀ ਲਾ ਕੇ ਕੰਮ ਕਰਵਾਉਣੇ ਪੈਂਦੇ ਆ। ਉਹ ਸਾਡੀ ਬਦਕਿਸਮਤੀ ਰਹੀ ਗੜਸ਼ੰਕਰ ਦੀ ਕਿ ਸਾਨੂੰ ਇਦਾਂ ਦਾ ਕੋਈ ਲੀਡਰ ਨਹੀਂ ਮਿਲ ਸਕਿਆ ਕਿ ਜਿਹੜੀ ਇਹ ਸਮੱਸਿਆ ਹੈਗੀ ਆ, ਚਾਹੇ ਸੀਵਰੇਜ ਦਾ ਕੰਮ ਹੈ, ਨਹਿਰ ਦਾ ਹੈ, ਬਾਈਪਾਸ ਦਾ ਹੈ, ਜਾਂ ਇੱਥੇ ਕੋਈ ਵੱਡੀ ਫੈਕਟਰੀ ਲਿਆਣੀ ਹੈ ਤਾਂ ਹੀ ਇਲਾਕੇ ਦੀ ਹੁੰਦੀ ਹੈ, ਪਬਲਿਕ ਸੈਕਟਰ ਹੋਏ। ਲੱਗਦਾ ਕਿ ਪੋਲਿਟਿਕਸ ਅਜੇ ਵੀ ਗਲੀਆਂ ਨਾਲੀਆਂ ਤੇ ਫਿਰਦੀ ਹੈ, ਜਿਹੜੀ ਇਹਨਾਂ ਮਸਲਿਆਂ ਤੇ ਫਿਰਦੀ ਹੈ, ਹੈਲਥ ਐਜੂਕੇਸ਼ਨ ਦੇ ਵੱਲ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਨੇ, ਜਿਹੜੀਆਂ ਯੂਥ ਬਾਹਰ ਜਾ ਰਿਹਾ ਹੈ ਨਾ, ਇੰਨਾ ਜਿਹੜੀ ਇੱਥੋਂ ਪ੍ਰਵਾਸ ਕੀਤਾ ਪਿਛਲੇ ਸਮੇਂ ਦੇ ਵਿੱਚ, ਉਹਨਾਂ ਮਸਲਿਆਂ ਤੇ ਗੱਲ ਨਹੀਂ ਹੋ ਰਹੀ। ਇਸ ਦਰਮਿਆਨ ਵੀ ਜਿਹੜੀ ਅਲਾਈਅੰਸ ਦੀ ਪੋਲਿਟਿਕਸ ਹੋ ਰਹੀ ਹੈ, ਬਸਪਾ ਕਹਿ ਰਹੀ ਹੈ ਅਸੀਂ ਅਕਾਲੀ ਦਲ ਕਹਿ ਰਿਹਾ ਸੀ ਬਸਪਾ ਨਾਲ ਮਿਲ ਕੇ ਹੁਣ ਅਸੀਂ ਸਰਕਾਰ ਬਣਾ ਰਹੇ ਹਾਂ, ਉਹ ਇਹ ਦਾਅਵਾ ਕਰ ਰਹੇ ਨੇ। ਲੱਗਦਾ ਕਿ ਇਹ ਜਿਹੜੀ ਵੋਟਾਂ ਦੀ ਰਾਜਨੀਤੀ ਤੇ ਸਾਰੀ ਕਰਨੀ ਚਾਹੁੰਦੇ ਆ, ਕੋਈ ਮਸਲਿਆਂ ਦੀ ਰਾਜਨੀਤੀ ਕਰਨੀ ਨਹੀਂ ਚਾਹੁੰਦਾ। ਤੁਸੀਂ ਆਫੀਸਰ ਰਹੇ ਹੋ, ਹੁਣ ਆਫੀਸਰ ਦਾ ਵੀ ਅੱਜ ਇੱਕ ਵੱਡੀ ਖਬਰ ਚੱਲ ਰਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਦੇਖਿਆ ਜਾਂਦਾ ਲੋਕਾਂ ਦੇ ਵੱਲੋਂ ਕਮਾਨਦਾਰ ਅਫਸਰ ਦੇ ਵਜੋਂ, ਉਹ ਵੀ ਆਮ ਆਦਮੀ ਪਾਰਟੀ 'ਚ ਆ ਰਹੇ ਨੇ ਰਾਜਨੀਤੀ ਦੇ ਵਿੱਚ। ਕੀ ਦੇਖਦੇ ਹੋ ਉਹ ਜਿਹੜਾ ਅਲਾਈਅੰਸ ਵੀ ਹੋ ਰਿਹਾ, ਇਹਨਾਂ ਜਿਹੜੇ ਆਫੀਸਰ ਵੀ ਆ ਰਹੇ ਨੇ ਹੁਣ ਰਾਜਨੀਤੀ ਦੇ ਵਿੱਚ, ਕੀ ਤੁਸੀਂ ਕਰਨਾ ਚਾਹੁੰਦੇ ਹੋ, ਇੰਟਰਸਟਿੰਗ ਹੋ ਇਹਨਾਂ ਮੁੱਦਿਆਂ ਤੇ ਪੋਲਿਟਿਕਸ ਕਰਨਾ ਚਾਹੁੰਦੇ ਹੋ? ਇਹ ਮੁੱਦਿਆਂ ਤੇ ਹੀ ਪੋਲਿਟਿਕਸ ਹੋਣੀ ਚਾਹੀਦੀ ਆ, ਤੇ ਮੁੱਦੇ ਉਹ ਹੋਣ ਜਿਹਦੇ ਨਾਲ ਪਬਲਿਕ ਦਾ ਫਾਇਦਾ ਹੁੰਦਾ। ਜਿੱਦਾਂ ਹੁਣ ਤੁਸੀਂ ਬੜਾ ਠੀਕ ਗੱਲ ਕਹੀ ਹੈ ਕਿ ਅਸੀਂ ਗਲੀਆਂ ਨਾਲੀਆਂ ਤੋਂ ਨਹੀਂ ਉੱਠੇ। ਕਿੰਨੇ ਸਾਲ ਸਾਨੂੰ ਯਾਦ ਹੋਇਆ ਨੂੰ ਹੋ ਗਏ ਜਦੋਂ ਪਿੰਡਾਂ 'ਚ ਗ੍ਰਾਂਟਾਂ ਜਾਂਦੀਆਂ, ਗਲੀ ਨੂੰ ਇੰਨੇ ਪਿੰਡ ਨੂੰ ਦੇਤੇ, ਇੰਨੇ ਉਹਨਾਂ ਨੂੰ ਦੇਤੇ। ਕਿੰਨੇ ਮਸਲੇ ਆ। ਅਸੀਂ ਆਪਣਾ ਕੋਈ ਸਟੇਡੀਅਮ ਬਣਾਈਏ, ਆ ਪਾਣੀ ਦਾ ਨਿਕਾਸੀ, ਛੱਪੜਾਂ ਦੀ ਪ੍ਰੋਬਲਮ ਹੈਗੀ ਆ, ਫਿਲਟਰੇਸ਼ਨ ਪਲਾਂਟ ਲਾਈਏ, ਉਸ ਪਾਣੀ ਨੂੰ ਦੂਸਰੇ ਕੰਮਾਂ ਲਈ ਇਸਤੇਮਾਲ ਕਰੀਏ। ਉਹ ਉਸ ਪਾਸੇ ਨਾ ਤਾਂ ਕਿਸੇ ਦੀ ਸੋਚ ਹੈ ਤੇ ਨਾ ਉਹ ਕਰਨਾ ਚਾਹੁੰਦਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਵੀ ਇੱਕ ਮਸਲਾ ਉਠਾਇਆ ਸੀ, ਦਰਿਆ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਜਾਂਦਾ। ਕਿਸੇ ਨੇ, ਸਰਕਾਰ ਅਕਾਲੀ ਦਲ ਦੀ ਵੀ ਉਦੋਂ ਬੁੱਢੇ ਨਾਲੇ ਦੀ ਸਮੱਸਿਆ ਸੀ, ਅਕਾਲੀ ਦਲ ਹੁਣ ਕਾਂਗਰਸ ਦੀ ਆ, ਕਿਸੇ ਨੇ ਲਗਾਉਣ ਦੀ ਨਹੀਂ ਸੋਚਿਆ। ਤਾਂ ਇੱਕ ਅਫਸਰਸ਼ਾਹੀ ਵੀ ਹੈਗੀ ਆ ਕਿ ਚੰਗੀ ਸੋਚ ਰੱਖਦੀ ਹੈ। ਤੁਸੀਂ ਐਜੂਕੇਸ਼ਨ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਰਹੇ ਹੋ ਹੈ ਨਾ, ਤੇ ਇੱਕ ਚੰਗੇ ਅਹੁਦਿਆਂ ਤੋਂ ਤੁਸੀਂ ਰਿਟਾਇਰ ਹੋਏ ਹੋ। ਕੀ ਤੁਸੀਂ ਪੋਲਿਟਿਕਸ ਦੇ ਵਿੱਚ ਸਰਗਰਮ ਹੋ? ਫਿਰ ਵੀ ਤੁਹਾਡੀ ਵੀ ਨਹੀਂ ਇਹਦਾ ਮਤਲਬ ਸੁਣੀ ਜਾਂਦੀ ਸਰਕਾਰ ਵੱਲੋਂ? ਨਹੀਂ, ਸੁਣੀ ਜਾਂਦੀ ਹੈ, ਨਹੀਂ ਵੀ ਸੁਣੀ ਜਾਂਦੀ। ਦੇਖੋ ਜਿਹੜੇ ਆਈਐਸ ਅਫਸਰਸ ਹੈ, ਜੇ ਅਸੀਂ ਉਹਨਾਂ ਨੂੰ, ਜਿਸ ਤਰ੍ਹਾਂ ਹੁਣ ਤੁਹਾਨੂੰ ਸੁਣ ਜਾਂਦਾ ਵੀ ਅਫਸਰ ਨਹੀਂ ਸੁਣ ਰਹੇ, ਅਫਸਰਸ਼ਾਹੀ ਚੱਲ ਰਹੀ ਹੈ, ਜੇ ਅਸੀਂ ਉਹਨਾਂ ਨੂੰ ਨਕੇਲ ਨਾ ਪਾਈਏ। ਬਾਦਲ ਸਾਹਿਬ ਜਦੋਂ ਬਣੇ ਉਹਨਾਂ ਨੇ ਕਿਹਾ ਵੀ ਇਹ ਗੋਲਫ ਖੇਲਦੇ ਆ, ਉਹਨਾਂ ਨੇ ਚੈੱਕ ਕਰਨਾ ਸ਼ੁਰੂ ਕੀਤਾ। ਰਿਐਲਿਟੀ ਹੈ ਕਿ ਅਫਸਰ ਆਏ ਆਪਣਾ ਚਲੇ ਗਏ, ਕੋਈ ਪੁੱਛਣ ਵਾਲਾ ਨਹੀਂ, ਤੇ ਉਦੋਂ ਬੰਦੋਗਿਰੀ ਹੋ ਗਈ। ਅਫਸਰ ਦਫ਼ਤਰ ਅਟੈਂਡ ਕਰਨ ਲੱਗ ਪਏ, ਅਟੈਂਡ ਕਰਨਗੇ ਤਾਂ ਕੰਮ ਵੀ ਹੋਣਗੇ। ਇਸੇ ਤਰ੍ਹਾਂ ਜੇ ਅਸੀਂ ਅਫਸਰ ਨੂੰ ਰਾਜਨੀਤੀ ਤੋਂ ਉੱਤੇ ਝੁਕ ਦਾਂਗੇ ਤੇ ਉਹ ਕੰਮ ਨਹੀਂ ਕਰੇਗਾ। ਇਹਦਾ ਮਤਲਬ ਤੁਹਾਡੇ ਜ਼ਰੂਰ ਆਰਮੀ ਦੇ ਵਿੱਚ ਅਨੁਸ਼ਾਸਨ ਹੁੰਦਾ, ਜਿਹੜੇ ਸਿਵਲ ਦੇ ਵਿੱਚ ਨੇ ਆਫੀਸਰ, ਲੱਗਦਾ ਇਹਨਾਂ ਨੇ ਸਹੀ ਕੰਮ ਨਹੀਂ ਕੀਤਾ ਪਿਛਲੇ ਸਮੇਂ ਦੇ ਦਰਮਿਆਨ, ਉਹ ਵੀ ਇੱਕ ਫੇਲੀਅਰ ਹੈ ਜਿਹੜਾ ਸਿਸਟਮ ਨਹੀਂ ਕਰਦੇ। ਮੈਂ ਕਿਸੇ ਹੱਦ ਤੱਕ ਸਹਿਮਤ ਹਾਂ, ਇਹ ਨਹੀਂ, ਹਰ ਤਰ੍ਹਾਂ ਦੇ ਅਫਸਰ ਹੈ, ਦੇਅਰ ਆਰ ਗੁੱਡ ਆਫੀਸਰਸ, ਆਈਪੀਐਸ ਆਈਐਸ, ਜਿਹੜੇ ਕਿ ਮੈਕਸਿਮਮ ਦੀ ਗੱਲ ਹਾਂ ਮੈਕਸਿਮਮ, ਬਟ ਵਿੱਚ ਕਈ ਇੱਦਾਂ ਦੇ ਵੀ ਆ ਜਿਹੜੇ ਲਾਟ ਸਾਹਿਬ ਬਣ ਜਾਂਦੇ ਆ, ਕੰਮ ਕਰਕੇ ਖੁਸ਼ ਨਹੀਂ, ਆਪਣੇ ਲੀਡਰਸ ਨੂੰ ਵੀ ਨੈਗਲੈਕਟ ਕਰਦੇ ਆ। ਤੇ ਇਹ ਤਾਲਮੇਲ ਨਾਲ, ਆਪਸੀ ਤਾਲਮੇਲ ਨਾਲ ਕੰਮ ਤਾਂ ਐਡਮਿਨਿਸਟ੍ਰੇਸ਼ਨ ਨਾਲ ਕਰਨਾ ਹੁੰਦਾ, ਤੇ ਇਹ ਬੜਾ ਵਧੀਆ ਤਾਲਮੇਲ ਚਾਹੀਦਾ।
ਸੋਚ ਅੱਛੀ ਚਾਹੀਦੀ ਹੈ, ਇੱਕ ਰੋਡ ਮੈਪ ਚਾਹੀਦਾ, ਤਾਂ ਹੀ ਅਸੀਂ ਕੋਈ ਤਰੱਕੀ ਦੇ ਕੰਮ ਕਰ ਸਕਦੇ ਹਾਂ। ਰਾਜਨੀਤੀ ਦੇ ਵਿੱਚ ਇੱਕ ਟਿਕਟਾਂ ਦੀ ਦੌੜ ਹੈ, ਇਲਜ਼ਾਮਬਾਜ਼ੀ ਦੀ ਦੌੜ ਹੈ, ਬਹੁਤ ਸਾਰੇ ਸਵਾਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਉਹ ਸਵਾਲ ਲੋਕਾਂ ਦੇ ਹੁੰਦੇ ਨੇ, ਲੋਕਾਂ ਦੇ ਵੱਲੋਂ ਖੜੇ ਕੀਤੇ ਹੁੰਦੇ ਨੇ, ਲੋਕਾਂ ਦੇ ਮਸਲੇ ਹੁੰਦੇ ਨੇ। ਪਰ ਇਹਦੇ ਵਿੱਚ ਤੁਸੀਂ ਸ਼ਾਇਰੀ ਵਾਲਾ ਸ਼ੌਂਕ ਕਿਵੇਂ ਪਾਲਿਆ ਹੋਇਆ ਹੈ? ਇਸ ਵਕਤ ਵੀ ਗਜ਼ਲਾਂ ਕਿਵੇਂ ਉਤਪੰਨ ਹੋ ਰਹੀਆਂ ਨੇ? ਜਿਹੜਾ ਇੱਕ ਸ਼ਾਇਰ ਹੁੰਦਾ ਨਾ, ਉਹਦੇ ਉਸ ਇਨਸਾਨ 'ਚ ਭਾਵੁਕਤਾ ਹੁੰਦੀ ਆ, ਤੇ ਤੁਸੀਂ ਇਸ ਜ਼ਿੰਦਗੀ ਨੂੰ ਬੜੇ ਨਜ਼ਦੀਕੀ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ, ਤੇ ਉਹਦੇ 'ਚੋਂ ਹੀ ਸਭ ਕੁਝ ਲੈ ਕੇ ਫਿਰ ਉਹਨੂੰ ਤੁਸੀਂ ਸ਼ਬਦਾਂ ਦਾ ਰੂਪ ਦਿੰਦੇ ਹੋ। ਤੇ ਮੈਂ ਸਮਝਦਾ ਇਹ ਵੀ ਕੋਈ ਕੁਦਰਤੀ ਰੱਬ ਦੀ ਦੇਣ ਹੈ, ਹੁਨਰ ਹੈ। ਮੈਂ ਨਹੀਂ ਸਮਝਦਾ ਕਿ ਜਿਵੇਂ ਹਰ ਬੰਦਾ ਚੰਗਾ ਨਹੀਂ ਗਾ ਸਕਦਾ ਜਾਂ ਹਰ ਬੰਦਾ ਚੰਗਾ ਲਿਖ ਨਹੀਂ ਸਕਦਾ, ਇਹ ਰੱਬੀ ਦੇਣ ਹੈ। ਮੈਂ ਤਾਂ ਸਕੂਲ ਟਾਈਮ ਤੋਂ ਲਿਖਦਾ ਤੇ ਲਿਖੀ ਜਾ ਰਿਹਾ। ਕਿੰਨਾ ਕੁ ਜਿਹੜਾ ਤੁਸੀਂ ਸਾਹਿਤਾ ਕੀ ਕਵਿਤਾ ਗਜ਼ਲ ਨਾਲ ਹੀ ਵਾਸਤਾ, ਜਾਂ ਫਿਰ ਕੋਈ ਕਿਤਾਬ ਵੀ ਤੁਹਾਡੀ ਪਬਲਿਸ਼ ਹੋਈ ਹੈ ਜਿਹੜੀ ਮਾਰਕੀਟ ਦੇ ਵਿੱਚ? ਮੈਂ ਗਜ਼ਲ ਹੀ ਲਿਖੀਆਂ ਹੈਗੀਆਂ। ਕੋਈ ਗਜ਼ਲ ਜ਼ਰੂਰ ਸਾਡੇ ਦਰਸ਼ਕਾਂ ਨਾਲ ਇੱਕ ਗਜ਼ਲ ਜ਼ਰੂਰ ਸਾਂਝੀ ਕਰੋ। ਮੇਰਾ ਕੋਈ 1000 ਤੋਂ ਉੱਤੇ ਗਜ਼ਲਸ ਹੈਗੀਆਂ ਮੇਰੀਆਂ, ਜਿਨ੍ਹਾਂ ਚੋਂ 2 ਗਜ਼ਲ ਹੁਣ ਰਿਕਾਰਡ ਹੋਈਆਂ, ਇੱਕ ਤਾਂ ਫਿਲਮਾਂਕਨ ਵੀ ਹੋਇਆ, ਰਿਲੀਜ਼ ਹੋਈ ਹੈ, 5-6 ਗਜ਼ਲ ਰਿਲੀਜ਼ ਹੋਣ ਵਾਲੀਆਂ। ਤੇ ਲਿਖਿਆ ਤਾਂ ਮੈਂ ਬਹੁਤ ਆ, ਪਰ ਮੈਨੂੰ ਬਹੁਤਾ ਯਾਦ ਨਹੀਂ ਰਹਿੰਦਾ, ਆਪ ਵੀ ਮੈਂ ਸੁਣਾਉਣ ਦੀ ਆਦਤ ਨਹੀਂ। ਤੇ ਤੁਸੀਂ ਮੈਨੂੰ ਪੁੱਛਿਆ, ਮੈਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਾਂਗਾ ਕਿ ਮੈਂ ਸਕੂਲ ਦੇ ਟਾਈਮ 'ਚ ਆਈ ਕਾਲ ਇਟ ਮਹਿਜ਼ ਤੁਕਬੰਦੀ, ਅੱਜ ਵੀ ਮੈਂ ਆਪਣਾ ਜੋ ਲਿਖਦਾ ਉਹਨੂੰ ਤੁਕਬੰਦੀ ਕਹਿਣਾ। ਤੇ ਮੈਂ ਪੰਜਾਬੀ 'ਚ 2 ਲਾਈਨਾਂ ਲਿਖੀਆਂ ਸੀਗੀਆਂ। ਮੈਨੂੰ ਤਾਂ ਤੇਰੇ ਨਜ਼ਰਾਂ ਦੇ ਤੀਰਾਂ ਨੇ ਮਾਰਿਆ, ਤੇਰੇ ਪਿਆਰ ਦੇ ਜ਼ਖਮਾਂ ਦੇ ਚੀਰਾਂ ਨੇ ਮਾਰਿਆ, ਛੱਡਿਆ ਨਾ ਕਾਸਦ ਨੇ ਮੇਰੀ ਮਜ਼ਾਰ ਤੇ ਵੀ ਆਣਾ, ਮੈਨੂੰ ਤਾਂ ਤੇਰੇ ਸਨੇਹ ਗੀਰਾਂ ਨੇ ਮਾਰਿਆ। ਇਹ ਕਾਲਜ ਟਾਈਮ ਦੀ ਲੱਗਦੀ ਹੈ ਸ਼ਾਇਦ। ਇਹ ਮੈਂ ਸਕੂਲ 'ਚ ਲਿਖੀ ਸੀ, ਕਾਲਜ 'ਚ ਜਾ ਕੇ ਜਰਾ ਫਿਰ ਆਸ਼ਕ ਮਜਾਜੀ ਜ਼ਿਆਦਾ ਲਿਖੀ। ਹੁਣ ਮੈਂ ਕੀ ਲਿਖਦਾ, ਤੋ ਮੈਂ 1-2 ਅਸ਼ਾਰ ਸੁਣਾਵਾਂਗਾ ਆਪਣੀ ਗਜ਼ਲ ਦੇ। अपनी सूरत भी जब अच्छी ना लगे, अपनी सूरत भी जब अच्छी ना लगे, तो यही लगता है कि आईना खराब है। अपनी गलतियों का एहसास नहीं करते, बस यही कहते हैं कि जमाना खराब है। ये ਤੁਹਾਡੀ ਕਾਂਗਰਸ ਤੇ ਵੀ ਲੱਗਦਾ ਨਹੀਂ ਇਸ ਦਰਮਿਆਨ? नहीं, ये तो ਹੁਣ ਦੇਖੋ ਜੋ ਲਿਖਿਆ, ਕੈਪਟਨ ਨੂੰ ਕਹਿ ਰਿਹਾ, ਕੈਪਟਨ ਸਿੱਧੂ ਨੂੰ ਕਹਿ ਰਿਹਾ, ਕੈਪਟਨ ਸਿੱਧੂ ਨੂੰ, ਸਿੱਧੂ ਕੈਪਟਨ ਨੂੰ ਕਹਿ ਰਿਹਾ। ਦੇਖੋ ਇਹ ਐਲੀਗੇਸ਼ਨਸ ਲਾਣੇ ਬੜੇ ਸੌਖੇ ਹੁੰਦੇ ਆ। ਤੇ ਸ਼ਾਇਰੀ ਵੱਲ ਹੀ ਆਵਾਂਗੇ ਆਪਾਂ ਫਿਰ। ਬਹੁਤ ਖੂਬਸੂਰਤ ਤੁਸੀਂ ਲਿਖਦੇ ਹੋ, ਤਾਂ ਇੱਕ ਹੋਰ ਜੋ ਕੁਝ ਵੀ ਤੁਸੀਂ ਪੇਸ਼ ਕਰਨਾ ਚਾਹੋ ਤਾਂ ਜ਼ਰੂਰ। ਮੈਂ ਇੰਨਾ ਕਹਿਣਾ ਚਾਹਾਂਗਾ ਕਿ ਹਰ ਸ਼ਾਇਰ ਨੇ ਹਰ ਮੌਜੂ, ਹਰ ਸਬਜੈਕਟ ਤੇ ਲਿਖਿਆ। ਮੈਂ 2 ਲਾਈਨਾਂ ਤਨਹਾਈ ਤੇ ਲਿਖੀਆਂ। ਮੈਂ ਸਮਝਦਾ ਕਿ ਜਿਹੜੀਆਂ ਮੇਰੀਆਂ 2 ਲਾਈਨਾਂ ਉਹ ਤਨਹਾਈ ਦੀ ਇੱਕ ਡੈਫੀਨੇਸ਼ਨ ਹੈ। तन्हाई का छाया रहा कुछ ऐसा आलम हर तरफ, तन्हाई का छाया रहा कुछ ऐसा आलम हर तरफ, हमारी तो क्या पास की कब्र पे भी कोई बरसों ना आया। दिस इज तन्हाई। ਲੱਗਦਾ ਨਹੀਂ ਰਾਜਨੀਤੀ ਦੇ ਝੰਜਟ ਤੋਂ ਜਿਹੜਾ ਨਿਕਲ ਕੇ ਜਿਹੜਾ ਇਹ ਰਾਜਨੀਤੀ ਦਾ ਜਿਹੜਾ ਖੇਲ ਹੈ, ਗੁੰਝਲਦਾਰ ਗੇਮ ਹੈ, ਇੱਕ ਰਾਜਨੀਤੀ ਕਿਹਾ ਜਾਂਦਾ, ਡਰਟੀ ਪੋਲਿਟਿਕਸ, ਡਰਟੀ ਗੇਮ ਹੈ ਪੋਲਿਟਿਕਸ, ਤਾਂ ਉਹਦੇ ਨਾਲੋਂ ਸ਼ਾਇਰੀ ਨਹੀਂ ਵਧੀਆ ਲੱਗਦੀ ਕਿ ਸਾਰਾ ਜਿਹੜਾ ਕੁਝ ਸਮੇਲ ਜਿਹੜਾ ਤੁਸੀਂ ਕਹਿੰਦੇ ਹੋ ਚੱਲਦਾ ਹੀ ਰਹੇ? ਚੱਲ ਜਾਂਦਾ। ਜੇ ਡਰਟੀ ਪੋਲਿਟਿਕਸ ਕਰਾਂਗੇ ਤੇ ਉਹਦੇ 'ਚ ਫਸ ਜਾਾਂਗੇ, ਜੇ ਅੱਛੀ ਪੋਲਿਟਿਕਸ ਕਰਾਂਗੇ ਤੇ ਲਿਖਣ ਲਈ ਵੀ ਬੇਲ ਮਿਲੇਗਾ, ਹੋਰ ਕੰਮਾਂ ਲਈ ਵੀ ਮਿਲੇਗਾ। ਮੈਂ ਸਮਝਦਾ ਕਿ ਹਰ ਸ਼ੌਕ ਬਰਕਰਾਰ ਰਹਿਣੇ ਚਾਹੀਦੇ। ਵਕਤ ਤੁਸੀਂ ਸਾਨੂੰ ਇੰਨਾ ਦਿੱਤਾ, ਉਹਦੇ ਲਈ ਤੁਹਾਡਾ ਧੰਨਵਾਦ। ਬਹੁਤ ਮਿਹਰਬਾਨੀ, ਤੁਹਾਡੀ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਇਹ ਸਨ ਜੀ RS ਪਠਾਨੀਆ। ਸਾਰੀ ਗੱਲਬਾਤ ਜਿਹੜੀ ਤੁਸੀਂ ਸੁਣੀ ਹੈ, ਸਾਰੀਆਂ ਗੱਲਾਂ ਤੁਸੀਂ ਖੁਦ ਹੀ ਸੁਣ ਲਈਆਂ ਨੇ, ਤੇ ਸ਼ਾਇਰੀ ਬਾਕਮਾਲ ਲਿਖਦੇ ਨੇ, ਸ਼ਾਇਰੀ ਤੁਸੀਂ ਸੁਣੀ ਆ। ਹੋਰ ਵੀ ਅਗਰ ਤੁਸੀਂ ਇਹਨਾਂ ਨੂੰ ਸੁਣਨਾ ਚਾਹੁੰਦੇ ਹੋ ਤਾਂ ਹੋਰ ਵੀ ਗਜ਼ਲਾਂ ਦੇ ਨਾਲ ਇੱਕ ਅਹਿਮ ਮੁਲਾਕਾਤ ਤੁਹਾਡੇ ਤੱਕ ਲੈ ਕੇ ਆ ਸਕਦੇ ਹਾਂ। ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਨੂੰ ਆਪਣੀ ਰਾਏ ਦਿਓ। ਫਿਲਹਾਲ ਇਸ ਮੁਲਾਕਾਤ ਦੇ ਵਿੱਚ ਇੰਨਾ ਹੀ। ਮਨਪ੍ਰੀਤ ਸਿੰਘ ਦੇ ਨਾਲ ਕੈਮਰਾਮੈਨ ਸੁਸ਼ੀਲ, R19 ਦੇ ਲਈ ਧੰਨਵਾਦ ਜੀ।